ਦੋਸਤੋ, ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ। ਇਹ ਦੋਵੇਂ ਅਲੱਗ-ਅਲੱਗ ਗੱਲਾਂ ਹਨ। ਦੋਸਤੋ, ਅਸੀਂ ਸਾਰੇ ਹੀ ਸਿੱਖ ਭਰਾ ਆਮ ਤੌਰ 'ਤੇ ਇਹੋ ਹੀ ਕਹਿੰਦੇ ਹਾਂ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ। ਸਾਡੇ ਵਿੱਚੋਂ ਅਜਿਹਾ ਇੱਕ ਵੀ ਸਿੱਖ ਅਜਿਹਾ ਨਹੀਂ ਹੋਵੇਗਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ, ਇਹ ਦੋਵਾਂ ਗੱਲਾਂ ਵਿੱਚ ਦਿਨ ਰਾਤ ਦਾ ਫਰਕ ਹੈ। ਦੋਸਤੋ, ਕੀ ਅਸੀਂ ਕਦੀ ਸੋਚਿਆ ਹੈ ਕਿ ਜੋ ਕੁਝ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਅਸੀਂ ਉਹਨਾਂ ਗੱਲਾਂ ਨੂੰ ਕਦੀ ਵੀ ਨਹੀਂ ਮੰਨਦੇ। ਅਸੀਂ ਜਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਅਸੀਂ ਪੂਰੀ ਨਿਮਰਤਾ ਨਾਲ ਨਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਕੁਝ ਲਿਖਿਆ ਹੈ, ਅਸੀਂ ਉਸ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਆਓ ਆਪਾਂ ਇੱਕ ਇੱਕ ਕਰਕੇ ਉਹਨਾਂ ਗੱਲਾਂ ਨੂੰ ਵਿਚਾਰਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਤੀਰਥਾਂ ਉੱਪਰ ਇਸ਼ਨਾਨ ਕਰਨਾ। ਸਾਡੀ ਗੁਰਬਾਣੀ ਤੀਰਥਾਂ ਉੱਪਰ ਇਸ਼ਨਾਨ ਕਰਨ ਦਾ ਜ਼ੋਰਦਾਰ ਖੰਡਨ ਕਰਦੀ ਹੈ। ਜਪਜੀ ਸਾਹਿਬ ਵਿੱਚ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਸੋਚਾ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ। ਭਾਵ ਤੀਰਥਾਂ ਉੱਪਰ ਨਹਾਉਣ ਨਾਲ ਬੰਦਾ ਸੁੱਚਾ ਨਹੀਂ ਹੋ ਸਕਦਾ, ਬੇਸ਼ੱਕ ਲੱਖਾਂ ਵਾਰ ਉੱਥੇ ਜਾ ਕੇ ਇਸ਼ਨਾਨ ਕਰ ਲਵੇ। ਇਸੇ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਲ ਕੇ ਮੰਜਨ ਜੇਗਤ ਹੋਵੇ, ਨਿਤ ਨਿਤ ਮੈਂਡਕ ਨਹਾਵੇ। ਜੈਸੇ ਮੈਂਡਕ ਤੈਸੇ ਉਹ ਨਰ, ਫਿਰ ਫਿਰ ਜੂਨੀ ਆਵੇ। ਭਾਵ ਜੇਕਰ ਪਾਣੀ ਵਿੱਚ ਨਹਾਉਣ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਡੱਡੂ ਤਾਂ ਹਮੇਸ਼ਾ ਪਾਣੀ ਵਿੱਚ ਹੀ ਰਹਿੰਦਾ ਹੈ, ਉਸ ਦੀ ਮੁਕਤੀ ਹੋ ਜਾਣੀ ਸੀ। ਉਹ ਤਾਂ ਡੱਡੂ ਦਾ ਡੱਡੂ ਹੀ ਰਿਹਾ। ਇਸ ਕਰਕੇ ਮਨੁੱਖ ਨੂੰ ਵੀ ਤੀਰਥਾਂ ਉੱਪਰ ਨਹਾਉਣ ਨਾਲ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਸੋਚ ਕਰੇ ਦਿਨਸ ਔਰ ਰਾਤ, ਮਨ ਕੀ ਮੈਲ ਨਾ ਤਨ ਦੇ ਜਾਤ। ਭਾਵ ਮਨੁੱਖ ਦਿਨ ਰਾਤ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਭੱਜਿਆ ਫਿਰਦਾ ਰਹਿੰਦਾ ਹੈ, ਪਰ ਫਿਰ ਵੀ ਉਸ ਦੇ ਮਨ ਵਿੱਚੋਂ ਖੋਟੇ ਵਿਚਾਰ ਨਹੀਂ ਜਾਂਦੇ। ਫਿਰ ਵੀ ਉਹ ਲੋਕਾਂ ਨਾਲ ਠੱਗੀਆਂ ਮਾਰਦਾ ਰਹਿੰਦਾ ਹੈ। ਸਾਡੇ ਗੁਰੂਆਂ ਅਤੇ ਭਗਤਾਂ ਨੇ ਆਪਣੀ ਬਾਣੀ ਵਿੱਚ ਕਿੰਨੇ ਸੋਹਣੇ ਢੰਗ ਨਾਲ ਸਾਨੂੰ ਸਮਝਾਇਆ ਹੈ, ਪਰ ਅਸੀਂ ਤਾਂ ਕਿਸੇ ਆਪਣੇ ਗੁਰੂ ਸਾਹਿਬ ਦੀ ਗੱਲ ਦੀ ਪਰਵਾਹ ਹੀ ਨਹੀਂ ਕਰਦੇ। ਅਸੀਂ ਸਾਰੇ ਸਿੱਖ ਭਰਾ ਦਿਨ ਰਾਤ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਭੱਜੇ ਰਹਿੰਦੇ ਹਾਂ। ਅਗਲੀ ਗੱਲ ਹੈ ਕਰਮਕਾਂਡ। ਸਾਡੀ ਗੁਰਬਾਣੀ ਕਿਸੇ ਵੀ ਕਰਮਕਾਂਡ ਨੂੰ ਨਹੀਂ ਮੰਨਦੀ। ਜਿਸ ਤਰ੍ਹਾਂ ਪਿੱਤਰਾਂ ਦੇ ਸਰਾਧ ਪਾਉਣਾ। ਪਰ ਅਸੀਂ ਜੇਕਰ ਕੋਈ ਨਵਾਂ ਮਕਾਨ ਜਾਂ ਨਵੀਂ ਦੁਕਾਨ ਦਾ ਮਹੂਰਤ ਕਰਨਾ ਹੋਵੇ ਜਾਂ ਕੋਈ ਹੋਰ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਪਹਿਲੀ ਗੱਲ ਤਾਂ ਅਸੀਂ ਕੋਈ ਬਾਬੇ ਤੋਂ ਜਾਂ ਕਿਸੇ ਹੋਰ ਸਿਆਣੇ ਆਦਮੀ ਤੋਂ ਦਿਨ ਕਢਵਾਉਂਦੇ ਹਾਂ ਅਤੇ ਸਾਨੂੰ ਉਹ ਬਾਬਾ ਵੀ ਕਹਿ ਦਿੰਦਾ ਕਿ ਹੁਣ ਸਰਾਧ ਸ਼ੁਰੂ ਹੋ ਗਏ, ਇਹ ਕੰਮ ਨਹੀਂ ਕਰਨਾ। ਅਤੇ ਅਸੀਂ ਖੁਦ ਵੀ ਪਿੱਤਰਾਂ ਦੇ ਸਰਾਧ ਪਾਉਂਦੇ ਹਾਂ। ਅਸੀਂ ਇਹਨਾਂ ਸਰਾਧਾਂ ਦਾ ਪੂਰਾ ਵਿਚਾਰ ਕਰਦੇ ਹਾਂ। ਆਪਣੇ ਮਕਾਨ ਨੂੰ ਜਾਂ ਕੋਈ ਨਵਾਂ ਕੰਮ ਕਰਨਾ ਹੋਵੇ ਉਹ ਵੀ ਅਸੀਂ ਸਰਾਧਾਂ ਵਿੱਚ ਨਹੀਂ ਕਰਦੇ ਅਤੇ ਅਸੀਂ ਆਪਣੇ ਪਿੱਤਰਾਂ ਦੇ ਸਰਾਧ ਵੀ ਪਾਉਂਦੇ ਹਾਂ। ਪਰ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ
ਇਹਨਾਂ ਸਰਹੱਦਾਂ ਉੱਪਰ ਬਹੁਤ ਤਕੜਾ ਵਿਅੰਗ ਕੱਸਿਆ ਹੈ। ਉਹਨਾਂ ਨੇ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਉਹ ਆਪਣੀ ਬਾਣੀ ਆਸਾ ਦੀ ਵਾਰ ਵਿੱਚ ਆਪਣੇ ਇੱਕ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹਨ ਅਤੇ ਕਹਿ ਰਹੇ ਹਨ ਕਿ ਜੇ ਮਹਾਕਾ ਕਰਮੁ ਹੈ ਕਰਮੋ ਪਿਤਰੀ ਦੇਈ, ਅੱਗੇ ਵਸਤੁ ਸਿਆਣੀਆਂ ਪਿਤਰੀ ਚੋਰ ਕਰਈ, ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰਈ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇਈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਜੇ ਮਹਾਕਾ ਕਰਮ ਹੋਏ ਕਰਮੋ ਪਿਤਰੀ ਦੇਈ, ਅੱਗੇ ਵਸਤੁ ਸਿਆਣੀਆਂ ਪਿਤਰੀ ਚੋਰ ਕਰਈ। ਭਾਵ ਜੇ ਕੋਈ ਚੋਰੀ ਕਰਕੇ ਉਸ ਚੋਰੀ ਦੇ ਸਮਾਨ ਨੂੰ ਪੁਜਾਰੀਆਂ ਰਾਹੀਂ ਜਾਂ ਬ੍ਰਾਹਮਣਾਂ ਰਾਹੀਂ ਆਪਣੇ ਪਿੱਤਰਾਂ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤਾਂ ਸਾਡੇ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਪਹਿਲੀ ਗੱਲ ਤਾਂ ਇਹ ਸਮਾਨ ਉੱਥੇ ਪਹੁੰਚਦਾ ਹੀ ਨਹੀਂ। ਕਹਿੰਦੇ 1 ਮਿੰਟ ਵਾਸਤੇ ਆਪਾਂ ਮੰਨ ਲੈਂਦੇ ਹਾਂ ਕਿ ਉਹ ਸਮਾਨ ਪਹੁੰਚ ਜਾਂਦਾ ਉੱਥੇ, ਤਾਂ ਕਹਿੰਦੇ ਇਹ ਚੋਰੀ ਦਾ ਸਮਾਨ ਉੱਥੇ ਜਾ ਕੇ ਪਛਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਆਦਮੀ ਆਪਣੇ ਪਿੱਤਰਾਂ ਨੂੰ ਵੀ ਚੋਰ ਬਣਾ ਦਿੰਦਾ ਹੈ। ਅੱਗੇ ਲਿਖਦੇ ਹਨ ਕਿ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰਈ। ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਜੇਕਰ ਇਹ ਸਮਾਨ ਸੱਚੀ ਮੁੱਚੀ ਉੱਥੇ ਆਪਾਂ ਮੰਨ ਲੈਂਦੇ ਹਾਂ ਕਿ ਪਹੁੰਚ ਜਾਂਦਾ, ਤਾਂ ਉੱਥੇ ਧਰਮਰਾਜ ਨੂੰ ਫਿਰ ਜਿਸ ਦਾ ਸਮਾਨ ਹੁੰਦਾ ਹੈ ਉਹ ਸ਼ਿਕਾਇਤ ਕਰਦਾ ਹੈ ਕਿ ਇਹ ਸਮਾਨ ਮੇਰੇ ਮੁੰਡੇ ਦਾ ਹੈ, ਇਹ ਇਸਨੇ ਚੋਰੀ ਕਰਕੇ ਉੱਥੋਂ ਭੇਜਿਆ ਹੈ। ਫਿਰ ਧਰਮਰਾਜ ਨੂੰ ਨਿਆਂ ਇਹ ਕਰਨਾ ਚਾਹੀਦਾ ਕਿ ਉਸ ਦਲਾਲ ਦੇ ਜਿਹੜਾ ਜਿਸਨੇ ਦਲਾਲੀ ਕੀਤੀ ਹੈ, ਦਲਾਲੀ ਜਾਂ ਤਾਂ ਪੁਜਾਰੀ ਕਰਦਾ ਵੀ ਉਹ ਕਹਿੰਦਾ ਮੈਂ ਤੇਰਾ ਸਮਾਨ ਪਹੁੰਚਾ ਦੂੰਗਾ, ਚਾਹੇ ਬ੍ਰਾਹਮਣ ਕਰਦਾ ਵੀ ਉਸ ਦੇ ਹੱਥ ਵੱਢ ਦੇਣੇ ਚਾਹੀਦਾ। ਇਹ ਨਿਆਂ ਕਰਨਾ ਚਾਹੀਦਾ। ਹੱਥ ਵੱਢਣ ਦਾ ਆਪਾਂ ਮਤਲਬ ਇਹ ਲਈਏ ਕਿ ਪਹਿਲਾਂ ਇਹ ਮੁਗਲਾਂ ਦੇ ਵਿੱਚ ਰਿਵਾਜ਼ ਸੀ ਹੱਥ ਵੱਢਣ ਦਾ। ਹੱਥ ਵੱਢਣ ਦਾ ਮਤਲਬ ਇਹ ਹੋਇਆ ਕਿ ਸਾਨੂੰ ਉਸ ਦਲਾਲ ਦੇ ਮਤਲਬ ਬ੍ਰਾਹਮਣ ਦੀਆਂ ਦਲੀਲਾਂ ਜੋ ਕਹਿੰਦਾ ਕਿ ਮੈਂ ਤੁਹਾਡਾ ਸਮਾਨ ਉੱਥੇ ਪਹੁੰਚਦਾ ਪਰਲੋਕ ਦੇ ਵਿੱਚ ਪਹੁੰਚਦਾ ਕਰ ਦੇਵਾਂਗਾ, ਉਸ ਦੀਆਂ ਦਲੀਲਾਂ ਨੂੰ ਖਾਰਜ ਕਰ ਦੇਣਾ ਚਾਹੀਦਾ, ਉਸ ਦੀ ਗੱਲ ਨੂੰ ਨਹੀਂ ਮੰਨਣਾ ਚਾਹੀਦਾ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇਈ। ਬਾਬਾ ਨਾਨਕ ਜੀ ਕਹਿ ਰਿਹਾ ਕਿ ਸਾਨੂੰ ਅੱਗੇ ਆਪਣੇ ਭਵਿੱਖ ਵਿੱਚ ਉਹੀ ਮਿਲੇਗਾ ਜੋ ਅਸੀਂ ਅੱਜ ਜੇ ਕੋਈ ਕੰਮ ਕਰਦੇ ਹਾਂ। ਜੇ ਅਸੀਂ ਕੋਈ ਅੱਜ ਕੰਮ ਚੰਗਾ ਕਰਾਂਗੇ ਤਾਂ ਉਸ ਦਾ ਸਾਨੂੰ ਚੰਗਾ ਫਲ ਮਿਲੇਗਾ ਆਉਣ ਵਾਲੇ ਭਵਿੱਖ ਵਿੱਚ, ਅਤੇ ਜੇ ਕੋਈ ਅੱਜ ਅਸੀਂ ਮਾੜਾ ਕੰਮ ਕਰਦੇ ਹਾਂ ਤਾਂ ਆਉਣ ਵਾਲੇ ਫਿਊਚਰ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾੜਾ ਫਲ ਮਿਲੇਗਾ। ਤਾਂ ਕਿੰਨੇ ਸੋਹਣੇ ਢੰਗ ਨਾਲ ਬਾਬਾ ਨਾਨਕ ਜੀ ਨੇ ਇਸ ਸ਼ਰਾਧਾਂ ਦੇ ਕਰਮ ਕਾਂਡ ਨੂੰ ਭੰਡਿਆ ਹੈ। ਤੋ ਸਾਨੂੰ ਵੀ ਇਸ ਸ਼ਬਦ ਤੋਂ ਸਬਕ ਲੈਣਾ ਚਾਹੀਦਾ ਹੈ। ਅਗਲੀ ਗੱਲ ਹੈ ਚਮਤਕਾਰ। ਸਾਨੂੰ ਕਥਾਵਾਚਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਚਮਤਕਾਰ ਵਾਲੀਆਂ ਕਹਾਣੀਆਂ ਸੁਣਾ ਕੇ ਕਮਲੇ ਕੀਤਾ ਹੋਇਆ ਹੈ। ਅਸੀਂ ਵੀ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਰਹੇ ਹਾਂ ਅਤੇ ਦੂਜੇ ਪਾਸੇ ਚਮਤਕਾਰਾਂ ਵਿੱਚ ਵਿਸ਼ਵਾਸ ਕਰ ਰਹੇ ਹਾਂ। ਇਹ ਜਿੰਨੀਆਂ ਵੀ ਚਮਤਕਾਰਾਂ ਨਾਲ ਜੁੜੀਆਂ ਕਹਾਣੀਆਂ ਹਨ, ਇਹ ਸਾਰੀਆਂ ਕਹਾਣੀਆਂ ਭਾਈ ਸੰਤੋਖ ਸਿੰਘ ਦੁਆਰਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀਆਂ ਹੋਈਆਂ ਹਨ। ਚਾਹੇ ਇਹ ਬਠਿੰਡੇ ਦੇ ਕਿਲ੍ਹੇ ਵਿੱਚ 10ਵੇਂ ਪਾਤਸ਼ਾਹ ਜੀ ਦੁਆਰਾ ਇੱਕ ਝੂਟੇ ਰੂਪੀ ਦਿਓ ਨੂੰ ਕਾਬੂ ਕਰਨ ਦੀ ਗੱਲ ਕੀਤੀ ਹੋਵੇ, ਚਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿੱਕਰਾਂ ਤੋਂ ਮਠਿਆਈਆਂ ਨੂੰ ਝਾੜਨ ਦੀ ਗੱਲ ਕੀਤੀ ਹੋਵੇ, ਚਾਹੇ 10ਵੇਂ ਪਾਤਸ਼ਾਹ ਜੀ ਦੇ ਪਿਸ਼ਾਬ ਤੋਂ ਸੋਨਾ ਬਣਾਉਣ ਦੀ ਗੱਲ ਕੀਤੀ ਹੋਵੇ,
ਚਾਹੇ ਤੀਸਰੇ ਪਾਤਸ਼ਾਹ ਜੀ ਤੋਂ ਗੋਇੰਦਵਾਲ ਵਿਖੇ ਤੀਏ ਤਾਪ ਨੂੰ ਪਿੰਜਰੇ ਵਿੱਚ ਕੈਦ ਕਰਨ ਦੀ ਗੱਲ ਕੀਤੀ ਹੋਵੇ, ਚਾਹੇ ਮੱਖਣ ਸ਼ਾਹ ਲਬਾਣਾ ਦੇ ਜਹਾਜ਼ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਮੋਢਾ ਲਾ ਕੇ ਪੱਤਣ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੋਵੇ, ਇਹ ਸਾਰੀਆਂ ਕਹਾਣੀਆਂ ਨੂੰ ਸਾਡੀ ਗੁਰਬਾਣੀ ਬਿਲਕੁਲ ਵੀ ਨਹੀਂ ਮੰਨਦੀ। ਪਰ ਅਸੀਂ ਇਹਨਾਂ ਕਹਾਣੀਆਂ ਨੂੰ ਸੱਚ ਕਰਕੇ ਮੰਨ ਲੈਂਦੇ ਹਾਂ। ਸੋ ਅਗਲੀ ਗੱਲ ਹੈ ਮੂਰਤੀ ਪੂਜਾ ਕਰਨਾ। ਸਾਡੀ ਗੁਰਬਾਣੀ ਵਿੱਚ ਮੂਰਤੀ ਪੂਜਾ ਦਾ ਜ਼ੋਰਦਾਰ ਖੰਡਨ ਕੀਤਾ ਹੋਇਆ ਹੈ, ਪਰ ਸਾਡੇ ਹਰ ਇੱਕ ਦੇ ਘਰਾਂ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਅੱਗੇ ਅਸੀਂ ਰੋਜ਼ਾਨਾ ਧੂਫ ਬੱਤੀ ਕਰਦੇ ਹਾਂ। ਮੈਂ ਸਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਹ ਕਹਿੰਦੇ ਸੁਣੇ ਹਨ ਕਿ ਧੰਨਾ ਭਗਤ ਨੇ ਵੀ ਪੱਥਰਾਂ ਵਿੱਚੋਂ ਰੱਬ ਪਾ ਲਿਆ ਸੀ, ਜੋ ਕਿ ਸਰਾਸਰ ਬਿਲਕੁਲ ਝੂਠ ਹੈ। ਧੰਨੇ ਭਗਤ ਨੇ ਬਿਲਕੁਲ ਵੀ ਪੱਥਰਾਂ ਵਿੱਚੋਂ ਰੱਬ ਨਹੀਂ ਸੀ ਪਾਇਆ। ਧੰਨੇ ਭਗਤ ਨੂੰ ਸੱਚ ਅਤੇ ਝੂਠ ਦਾ ਗਿਆਨ ਪ੍ਰਾਪਤ ਹੋ ਗਿਆ ਸੀ, ਪਰ ਪੁਜਾਰੀਆਂ ਨੇ ਲੋਕਾਂ ਨੂੰ ਲੁੱਟਣ ਵਾਸਤੇ ਅਤੇ ਆਪਣੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਾਉਣ ਵਾਸਤੇ ਧੰਨੇ ਭਗਤ ਦਾ ਨਾਂ ਵਰਤ ਲਿਆ, ਜੋ ਕਿ ਪੁਜਾਰੀ ਦੀ ਇੱਕ ਕੋਝੀ ਚਾਲ ਸੀ। ਇਹਨਾਂ ਪੱਥਰ ਦੀਆਂ ਮੂਰਤਾਂ ਨੂੰ ਪੂਜਣ ਦੇ ਨਾਲ ਨਾਲ ਅਸੀਂ ਤਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੂਰਤਾਂ ਵਾਂਗ ਪੂਜਣ ਲੱਗ ਗਏ ਹਾਂ, ਅਤੇ ਅਸੀਂ ਸਾਡੀ ਇੰਨੀ ਕੀਮਤੀ ਬਾਣੀ ਨੂੰ ਰੁਮਾਲਿਆਂ ਨਾਲ ਢੱਕ ਕੇ ਰੱਖਦੇ ਹਾਂ। ਅਸੀਂ ਕਦੇ ਵੀ ਇਹ ਨਹੀਂ ਸੋਚਿਆ ਕਿ ਜਿਸ ਬਾਣੀ ਨੂੰ ਲਿਖਣ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਦੇ 239 ਸਾਲ ਲੱਗ ਗਏ ਅਤੇ ਉਹਨਾਂ ਨੂੰ ਇਸ ਕੰਮ ਵਾਸਤੇ ਤੱਤੀਆਂ ਤਵੀਆਂ ਉੱਪਰ ਵੀ ਬੈਠਣਾ ਪਿਆ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ। ਇਸ ਕੀਮਤੀ ਬਾਣੀ ਨੂੰ ਲਿਖਣ ਦਾ ਉਹਨਾਂ ਦਾ ਕੁਝ ਤਾਂ ਮਕਸਦ ਹੋਵੇਗਾ। ਅਸੀਂ ਕਦੇ ਵੀ ਇਹ ਗੱਲ ਨੂੰ ਆਪਣੇ ਦਿਮਾਗ ਵਿੱਚ ਨਹੀਂ ਲਿਆਂਦਾ। ਅਸੀਂ ਸਿਰਫ ਮੱਥੇ ਟੇਕ ਕੇ ਦੇਗਾਂ ਛਕ ਕੇ ਅਤੇ ਲੰਗਰ ਛਕ ਕੇ ਅਤੇ ਜੈਕਾਰੇ ਲਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਗਏ। ਸੋ ਅਖੀਰ ਵਿੱਚ ਮੈਂ ਤਾਂ ਸਿਰਫ ਇਹੋ ਹੀ ਕਹਾਂਗਾ ਕਿ ਆਓ ਆਪਾਂ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਪੜ੍ਹ ਕੇ ਉਸਦੇ ਅਰਥਾਂ ਨੂੰ ਸਮਝੀਏ ਅਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲੀਏ, ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ। ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਪੁਜਾਰੀਆਂ ਦੀ ਲੁੱਟ ਤੋਂ ਵੀ ਬਚ ਸਕਾਂਗੇ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਵੀ ਕਰ ਸਕਾਂਗੇ। ਉਮੀਦ ਹੈ ਕਿ ਆਪ ਜੀ ਨੂੰ ਮੇਰੇ ਵਿਚਾਰ ਇਹ ਚੰਗੇ ਲੱਗੇ ਹੋਣਗੇ। ਜੇਕਰ ਮੇਰੇ ਆਪ ਜੀ ਨੂੰ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।